ਸੁਖਵੀਰ ਬਾਦਲ ਨੇ ਇਹ ਲਲਕਾਰ ਕੇ ਕਿਹਾ ਸੀ ਕਿ ਮੈਂ ਦੁਆਬੇ ਦੇ ਵਿੱਚੋਂ ਬਸਪਾ ਦਾ ਬੀਜ ਨਾਸ਼ ਕਰ ਦਊਂਗਾ। ਜਿੱਦਾਂ ਇੱਕ ਤੀਰ ਨਾਲ ਦੋ ਨਿਸ਼ਾਨੇ ਉਹਨ ਮਾਰੇ ਆ, ਸਮਝੌਤਾ ਕਰਕੇ ਬਸਪਾ ਨਾਲ, ਬਸਪਾ ਦੀ ਪਿੱਠ ਵਿੱਚ ਛੁਰਾ ਮਾਰਿਆ। ਜਿਹੜੀਆਂ ਸੀਟਾਂ ਤੇ ਬਸਪਾ ਜਿੱਤ ਨਹੀਂ ਸਕਦੀ ਔਰ ਅਕਾਲੀ ਦਲ ਦਾ ਉੱਥੇ ਵੋਟ ਨਹੀਂ, ਬੀਜੇਪੀ ਦਾ ਵੋਟ ਆ। ਅਗਰ ਬੀਜੇਪੀ ਨਹੀਂ ਖੜਦੀ ਤਾਂ ਨਾ ਉਹ ਬਾਦਲ ਨੂੰ ਵੋਟ ਪਾਏਗੀ, ਨਾ ਉਹ ਬਸਪਾ ਨੂੰ ਵੋਟ ਪਾਏਗੀ। ਉਹ ਜੇ ਪਾਏਗੀ ਤਾਂ ਜਾਂ ਝਾੜੂ ਨੂੰ ਪਾ ਦੇਗੀ ਜਾਂ ਫਿਰ ਉਹ ਕਾਂਗਰਸ ਨੂੰ ਵੋਟ ਪਾਏਗੀ। ਇਹ ਮੈਨੂੰ ਤਾਂ ਲੱਗਦਾ ਜਿੱਦਾਂ ਬਾਦਲ ਸਾਹਿਬ ਤੇ ਕਾਂਗਰਸ ਦੀ ਮਿਲੀ ਭੁਗਤ ਹੈ, ਇਹ ਆਪਸ ਵਿੱਚ ਹੀ ਘਿਓ ਖਿਚੜੀ ਹੋ ਕੇ ਬਸਪਾ ਵਰਕਰਾਂ ਨੂੰ ਸਮਾਪਤ ਕਰਨਾ ਚਾਹੁੰਦੇ ਹੈ। ਸੁਖਬੀਰ ਸਿੰਘ ਬਾਦਲ ਜੀ ਨੇ ਕਿਹਾ ਸੀ ਫਲੋਰ ਦੇ ਵਿੱਚ ਕਿ ਅਸੀਂ ਦੁਆਬਾ ਦੇ ਵਿੱਚੋਂ ਬਸਪਾ ਸਮਾਪਤ ਕਰ ਦੇਣੀ ਹੈ। ਉਹ ਇੱਕ ਤੀਰ ਨਾਲ ਦੋ ਨਿਸ਼ਾਨੇ ਮਾਰ ਦਿੱਤੇ ਉਹਨਾਂ ਨੇ, ਬਸਪਾ ਵੀ ਸਮਾਪਤ ਕਰ ਦਿੱਤੀ ਹੈ ਤੇ ਆਪਣਾ ਜਿਹੜਾ ਉਹਨਾਂ ਨੇ ਉੱਲੂ ਵੀ ਸਿੱਧਾ ਕਰ ਲਿਆ ਜੀ। ਇਹ ਸਾਨੂੰ ਜਿਹੜੀਆਂ ਸਾਡੀਆਂ ਮੇਨ ਸੀਟਾਂ ਹੈਗੀਆਂ, ਜਿਹੜੀਆਂ ਸਾਡੇ ਦੁਆਬੇ ਦੀਆਂ ਸੀਟਾਂ, ਜੇ ਉਹ ਸਾਨੂੰ ਨਹੀਂ ਮਿਲਦੀਆਂ ਤਾਂ ਅਸੀਂ ਬਿਲਕੁਲ ਨਾਲ ਨਹੀਂ ਤੁਰਾਂਗੇ। ਤਾਂ ਅਸੀਂ ਘਰ ਬੈਠਣਾ ਪਸੰਦ ਕਰਦੇ ਹਾਂ ਜਾਂ ਅਸੀਂ ਕਿਸੇ ਵੀ ਆਜ਼ਾਦ ਦੀ ਮਦਦ ਕਰਨਾ ਤਹਿ ਦਿਲੋਂ ਪਸੰਦ ਕਰਦੇ ਹਾਂ। ਕੁਝ ਦਿਨ ਪਹਿਲਾਂ ਤੋਂ ਜਿਹੜੀ ਪੰਜਾਬ ਦੀ ਰਾਜਨੀਤੀ ਆ ਉਹ ਫੋਕਸ ਆਪਣਾ ਜਿਹੜਾ ਕਰ ਰਹੀ ਸੀ ਕਿਸਾਨੀ ਸੰਘਰਸ਼ ਦੇ ਉੱਪਰ, ਕਿਸਾਨੀ ਵੋਟ ਆ ਜਿਹੜੀ ਉਸ ਦੇ ਉੱਪਰ। ਹਰ ਕੋਈ ਇਹ ਦਾਅਵਾ ਕਰ ਰਿਹਾ ਸੀ ਕਿ ਅਸੀਂ ਕਿਸਾਨ ਪੱਖੀਆਂ ਤੇ ਅਸੀਂ ਕਿਸਾਨਾਂ ਦੇ ਨਾਲ ਆ। ਪਰ ਕੁਝ ਮਹੀਨਿਆਂ ਬਾਅਦ ਜਿਹੜੀ ਪੰਜਾਬ ਦੀ ਰਾਜਨੀਤੀ ਆ ਉਸ ਦਾ ਜਿਹੜਾ ਝੁਕਾਅ ਹੈ ਉਹ ਦਲਿਤ ਵੋਟ ਦੇ ਵੱਲ ਆਉਂਦਾ ਹੈ। ਦਲਿਤ ਵੋਟ ਬੈਂਕ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਹੈ ਜਿਹੜਾ ਉਹ ਕੀਤਾ ਜਾਵੇ, ਉਸ ਨੂੰ ਆਪਣੇ ਨਾਲ ਜੋੜਿਆ ਜਾਵੇ। ਸੁਖਬੀਰ ਸਿੰਘ ਬਾਦਲ ਦਾਅਵਾ ਕਰਦੇ ਨੇ ਕਿ ਅਸੀਂ ਉਪ ਮੁੱਖ ਮੰਤਰੀ ਆ ਜਿਹੜਾ ਅਕਾਲੀ ਦਲ ਦਾ ਉਹ ਦਲਿਤ ਚਿਹਰਾ ਹੈ ਉਸ ਨੂੰ ਬਣਾਵਾਂਗੇ। ਉਸ ਤੋਂ ਬਾਅਦ ਲਗਾਤਾਰ ਬੀਜੇਪੀ ਦੇ ਬਿਆਨ ਆਉਂਦੇ ਨੇ, ਕਾਂਗਰਸ ਦੇ ਵੀ। ਬੀਜੇਪੀ ਤਾਂ ਇੱਥੋਂ ਤੱਕ ਵੀ ਕਹਿੰਦੀ ਆ ਕਿ ਅਸੀਂ ਮੁੱਖ ਮੰਤਰੀ ਵੀ ਜਿਹੜਾ ਦਲਿਤਾਂ ਦਾ ਹੀ ਬਣਾਵਾਂਗੇ। ਤਾਂ ਇਹ ਦਲਿਤ ਪੋਲਿਟਿਕਸ ਕੀ ਹੈ, ਇਹ ਵੀ ਪੂਰੀ ਗੱਲਬਾਤ ਅਸੀਂ ਤੁਹਾਡੇ ਨਾਲ ਕਰਾਂਗੇ। ਤੇ ਅਕਾਲੀ ਬਸਪਾ ਦਾ ਜਿਹੜਾ ਗੱਠਜੋੜ ਆ ਉਹਦੇ ਤੋਂ ਬਹੁਤ ਜਿਹੜੇ ਵਰਕਰ ਨੇ ਗਰਾਊਂਡ ਲੈਵਲ ਦੇ ਉਹ ਨਾਰਾਜ਼ ਨੇ, ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ। ਦੁਆਬਾ ਖੇਤਰ ਗੜ ਮੰਨਿਆ ਜਾਂਦਾ ਹੈ ਜਿਹੜਾ ਬੀਐਸਪੀ ਹੈ, ਉਸ ਦੀ ਅਗਰ ਮਜ਼ਬੂਤੀ ਕਿਤੇ ਮਜ਼ਬੂਤ ਪਕੜ ਹੈ ਤਾਂ ਉਹ ਦੁਆਬੇ ਦੇ ਵਿੱਚ ਹੈ। ਤਾਂ ਇਹ ਦੁਆਬੇ ਦੇ ਵਰਕਰਾਂ ਦੇ ਨਾਲ ਅਸੀਂ ਖੜੇ ਹੋਏ ਹਾਂ। ਸਾਡੇ ਨਾਲ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਹਰਦੇਵ ਸਿੰਘ ਨੇ, ਉਸ ਦੇ ਨਾਲ ਜਸਵੰਤ ਸਿੰਘ ਜੀ ਨੇ, ਇਹ ਵੀ ਇੱਥੇ ਵੱਖ-ਵੱਖ ਅਹੁਦਿਆਂ ਤੇ ਰਹੇ ਨੇ। ਬਸਪਾ ਦੇ ਲਈ ਕੰਮ ਕਰਦੇ ਨੇ ਲੰਬੇ ਸਮੇਂ ਤੋਂ ਪਿਛਲੇ। ਤਾਂ ਜਾਣਾਂਗੇ ਆਪਾਂ ਨਾਰਾਜ਼ਗੀ ਕਿਉਂ ਹੈ ਇਹਨਾਂ ਦੀ, ਬਸਪਾ ਤੇ ਅਕਾਲੀ ਦਾ ਜਿਹੜਾ ਇਹ ਗੱਠਜੋੜ ਉਹਦੇ ਨਾਲ ਕਿਉਂ ਹੈ, ਸੀਟਾਂ ਦੀ ਵੰਡ ਹੈ ਉਹਦੇ ਨਾਲ ਕਿਉਂ ਨਾਰਾਜ਼ ਨੇ। ਸਭ ਤੋਂ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਜੀ। ਮੈਂ ਜਿਹੜਾ ਭੈਣ ਕੁਮਾਰੀ ਮਾਇਆਵਤੀ ਨੇ ਵਰਕਰਾਂ ਦੀ ਪੰਜਾਬ ਦੀ ਮੰਗ ਨੂੰ ਬੜੇ ਅਰਸੇ ਤੋਂ ਸਮਝੌਤਾ ਜਿਹੜਾ 96 ਚ ਅਕਾਲੀ ਦਲ ਨਾਲ ਕੀਤਾ ਸੀ ਲੋਕ ਸਭਾ 'ਚ, ਔਰ ਉਦੋਂ ਅਸੀਂ 4 ਲੋਕ ਸਭਾ ਦੁਆਬੇ ਦੀਆਂ ਮੇਨ ਸੀਟਾਂ ਜਿਹੜੀਆਂ ਲਈਆਂ ਸੀਆਂ ਔਰ ਉਹਨਾਂ 'ਚੋਂ 3 ਅਸੀਂ ਜਿੱਤੀਆਂ, ਇੱਕ ਤੇ ਅਸੀਂ ਫਿਰ ਸਾਂਝਾ ਮੁਕਾਬਲਾ ਕੀਤਾ ਤਾਂ ਕਿ ਅਸੀਂ 4 ਐਮਪੀ ਦੀਆਂ ਸੀਟਾਂ ਲੈ ਕੇ 3 ਜਿੱਤੇ ਔਰ 8 ਅਕਾਲੀ ਦਲ ਬਾਦਲ ਜਿੱਤਿਆ, ਜਿਸ ਦੇ ਵਿੱਚ ਇਹਨਾਂ ਨੇ ਆਨੰਦਪੁਰ ਸਾਹਿਬ ਆਪਣਾ 2 ਦਿਨ ਦਾ ਅਜਲਾਸ ਬੁਲਾ ਕੇ ਪ੍ਰਕਾਸ਼ ਸਿੰਘ ਬਾਦਲ ਤੇ ਟੌਹਰਾ ਸਾਹਿਬ ਨੇ ਇਹ ਕਹਿ ਕੇ ਸਮਝੌਤਾ ਤੋੜਿਆ ਸਾਡੇ ਨਾਲ ਕਿ ਇਹਨਾਂ ਨੇ ਉੱਤਰ ਪ੍ਰਦੇਸ਼ ਵਿੱਚ ਕਾਂਗਰਸ ਨਾਲ ਸਮਝੌਤਾ ਕੀਤਾ। ਉਦੋਂ ਪੀਵੀ ਨਰਸਿਮਹਾ ਰਾਓ ਸੀ। ਉਸ ਵੇਲੇ ਜਿਹੜਾ ਪੀਵੀ ਨਰਸਿਮਹਾ ਰਾਓ ਨਾਲ ਸਮਝੌਤਾ ਕੀਤਾ ਉਹ ਅਕਾਲੀ ਦਲ ਨੂੰ ਪੁੱਛ ਕੇ ਕੀਤਾ ਗਿਆ ਸੀ ਤਾਂ ਕਿ ਅਕਾਲੀ ਦਲ ਇਹਦੀ ਆੜ ਵਿੱਚ ਕਿਤੇ ਸਮਝੌਤਾ ਨਾ ਤੋੜੇ। ਇਸ ਕਰਕੇ ਇਹਨਾਂ ਨੂੰ ਪਤਾ ਸੀ ਕਿ ਜਿਹੜਾ ਸ਼ਹਿਰੀ ਵਰਗ ਆ ਉੱਥੇ ਬਸਪਾ ਦਾ ਕੋਈ ਆਧਾਰ ਨਹੀਂ। ਇਸ ਕਰਕੇ ਇਹ ਜੇ ਲੋਕ ਸਭਾ ਤੋਂ ਬਾਅਦ ਅਸੀਂ ਸਟੇਟ ਪੱਧਰ ਦਾ ਇਹਨਾਂ ਨਾਲ ਸਮਝੌਤਾ ਕਰਾਂਗੇ ਤਾਂ ਫਿਰ ਇਹਨਾਂ ਨੂੰ ਪਿੰਡੂ ਸੀਟਾਂ ਦੇਣੀਆਂ ਪੈਣਗੀਆਂ। ਇਸ ਕਰਕੇ ਉਹਨਾਂ ਨੇ ਸਾਡੇ ਨਾਲ ਸਮਝੌਤਾ ਤੋੜ ਕੇ ਉਹਨਾਂ ਨੇ ਬੀਜੇਪੀ ਦੇ ਨਾਲ ਸਾਂਝ ਪਾਈ ਔਰ ਸਾਂਝ ਪਾ ਕੇ ਉਹਨਾਂ ਨਾਲ 25 ਸਾਲ ਬਾਅਦ ਉਹਨਾਂ ਨਾਲ ਵੀ ਜਿਹੜਾ ਸਮਝੌਤਾ ਉਹਨਾਂ ਦਾ ਟੁੱਟਾ। ਹੁਣ ਫਿਰ ਤੁਹਾਡੀ ਯਾਦ ਆਈ ਹੈ ਉਸ ਸਮਝੌਤੇ ਤੋਂ ਬਾਅਦ, ਹੁਣ ਕਿਵੇਂ ਦੇਖ ਰਹੇ ਹੋ? ਉਹ ਜਿਹੜੀ ਯਾਦ ਆਉਣ ਦਾ ਮੇਨ ਕਾਰਨ ਆ ਕਿਉਂਕਿ ਇਹਨਾਂ ਨੇ ਕਿਸਾਨੀ ਪੱਧਰ ਤੇ ਜਿਹੜੇ ਬੀਜੇਪੀ ਵਿੱਚ ਰਹਿੰਦੇ ਆ ਮੰਤਰੀ ਪਦ ਲੈ ਕੇ ਇਹਨਾਂ ਨੇ ਜਿਹੜਾ ਕਿਸਾਨਾਂ ਦੇ ਪਿੱਠ ਵਿੱਚ ਛੁਰਾ ਮਾਰਿਆ, ਉਹ ਜਿਹੜਾ ਇਹਨਾਂ ਨੇ ਉਹਦੇ ਵਿਰੋਧ ਵਿੱਚ ਕਿਸਾਨ ਜਿਹੜੇ ਆ ਇੱਥੇ 3 ਮਹੀਨੇ ਪੰਜਾਬ ਵਿੱਚ ਉਨੀ ਸੰਘਰਸ਼ ਕੀਤਾ ਔਰ ਹੁਣ ਲਗਭਗ ਉਹਨਾਂ ਨੂੰ 6-7 ਮਹੀਨੇ ਹੋ ਗਏ ਆ ਦਿੱਲੀ ਦੇ ਬਾਰਡਰਾਂ ਤੇ ਬੈਠੇ ਆ। ਔਰ ਜਦ ਦੇਖਿਆ ਕਿ ਪੰਜਾਬ ਦਾ ਕਿਸਾਨ ਜਿਹੜਾ ਆ ਉਹੀ ਅਕਾਲੀ ਦਲ ਨੂੰ ਵੋਟ ਪਾਉਂਦਾ ਜ਼ਿਆਦਾ ਔਰ ਉਹ ਨਾਰਾਜ਼ ਆ, ਉਹਨੂੰ ਮੁੱਖ ਰੱਖਦਿਆਂ ਇਹਨਾਂ ਨੇ
ਭੈਣ ਸਿਮਰਨਜੀਤ ਕੌਰ ਜਿਹੜੀ ਇਹਨਾਂ ਦੀ ਪ੍ਰਕਾਸ਼ ਸਿੰਘ ਬਾਦਲ ਦੀ ਨੂੰਹ ਆ, ਉਹ ਤੋਂ ਅਸਤੀਫਾ ਦਵਾਇਆ। ਔਰ ਅਸਤੀਫਾ ਦਵਾਉਣ ਤੋਂ ਬਾਅਦ ਜਦ ਇਹਨਾਂ ਦੇ ਪੈਰ ਨਾ ਲੱਗੇ ਔਰ ਇਹਨਾਂ ਨੇ ਮਜਬੂਰੀ ਦੇ ਕਾਰਨ ਬਸਪਾ ਦੇ ਨਾਲ ਸਮਝੌਤਾ ਕੀਤਾ। ਔਰ ਬਸਪਾ ਦੇ ਲੀਡਰ ਜਿਹੜੇ ਆ, ਸਮਝੌਤੇ ਤੋਂ ਅਸੀਂ ਕੋਈ ਨਾਰਾਜ਼ ਨਹੀਂ। ਸਮਝੌਤੇ ਦੇ ਵਿੱਚ ਜਿਹੜੀਆਂ ਸੀਟਾਂ ਇਹਨਾਂ ਨੇ, ਜੋ ਅਸੀਂ ਸਟੇਟ ਦੇ ਲੀਡਰਾਂ ਤੋਂ ਜਾਣਕਾਰੀ ਮਿਲੀ ਆ ਸਾਨੂੰ, ਵੀ ਇਹਨਾਂ ਨੇ 45 ਸੀਟਾਂ ਦੀ ਮੰਗ ਕੀਤੀ ਆ, ਜਿਹਦੇ ਵਿੱਚ ਦੁਆਬਾ ਪੂਰਾ ਆ। ਔਰ ਦੁਆਬੇ ਦੀਆਂ ਸੀਟਾਂ ਛੱਡ ਕੇ ਇਹਨਾਂ ਨੇ ਜਿਹੜੀਆਂ ਅਕਾਲੀ ਦਲ ਬੀਜੇਪੀ ਨੂੰ ਕੀ ਸੀਟਾਂ ਛੱਡੀਆਂ ਜਾਂਦੀਆਂ ਸੀਆਂ 23, ਉਹਦੇ ਵਿੱਚੋਂ 12 ਸੀਟਾਂ ਸਾਨੂੰ ਦੇਤੀਆਂ ਬਸਪਾ ਵਾਲਿਆਂ ਨੂੰ। ਜਿਹੜੀਆਂ ਸੀਟਾਂ ਤੇ ਬਸਪਾ ਦਾ ਵੋਟ ਨਾਲੋਂ ਜਿਹੜਾ ਨੋਟਾ ਆ ਉਹ ਵੱਧ ਆ, ਬਸਪਾ ਦਾ ਵੋਟ ਘੱਟ ਆ ਔਰ ਨੋਟਾ ਦਾ ਵੋਟ ਵੱਧ ਆ। ਜਿੱਦਾਂ ਪਠਾਨਕੋਟ ਆ, ਭੋਆ ਤੇ ਸਜਾਨਪੁਰ, ਉਸ ਤੋਂ ਬਾਅਦ ਆਨੰਦਪੁਰ, ਚਮਕੌਰ ਸਾਹਿਬ, ਮਹਾਲੀ, ਉਸ ਤੋਂ ਬਾਅਦ ਆਨੰਦਪੁਰ ਦੀਆਂ, ਅੰਮ੍ਰਿਤਸਰ ਦੀਆਂ 2 ਸੀਟਾਂ, ਉਸ ਤੋਂ ਬਾਅਦ ਜਲੰਧਰ ਦੀਆਂ 2 ਸੀਟਾਂ, ਇੱਕ ਜਿਹੜੀ ਸੀਟ ਆ ਇਹ ਲੁਧਿਆਣੇ ਦੀ, ਔਰ ਪਾਇਲ ਵੀ ਨੋਟਾ ਵੱਧ ਆ। ਇਸ ਕਰਕੇ ਜਿਹੜੀਆਂ ਇਹ ਸੀਟਾਂ ਲਈਆਂ, ਇਹ ਬਸਪਾ ਨੂੰ, ਜੋ ਮੈਨੂੰ ਤਾਂ ਇਹ ਲੱਗਦਾ ਜਦੋਂ 17 ਦੇ ਇਲੈਕਸ਼ਨ ਵਿੱਚ ਫਲੌਰ ਤੋਂ ਖਹਿਰਾ ਸਾਹਿਬ ਨੇ ਬਸਪਾ ਛੱਡ ਕੇ ਅਕਾਲੀ ਦਲ ਦਾ ਦਾਮਨ ਫੜਿਆ ਸੀ, ਤਾਂ ਫਲੌਰ ਦੀ ਰੈਲੀ ਵਿੱਚ ਸੁਖਵੀਰ ਬਾਦਲ ਨੇ ਇਹ ਲਲਕਾਰ ਕੇ ਕਿਹਾ ਸੀ ਕਿ ਮੈਂ ਦੁਆਬੇ ਦੇ ਵਿੱਚੋਂ ਬਸਪਾ ਦਾ ਬੀਜ ਨਾਸ਼ ਕਰ ਦਊਂਗਾ। ਜਿੱਦਾਂ ਇੱਕ ਤੀਰ ਨਾਲ 2 ਨਿਸ਼ਾਨੇ ਉਹਨ ਮਾਰੇ ਆ, ਸਮਝੌਤਾ ਕਰਕੇ ਬਸਪਾ ਨਾਲ, ਬਸਪਾ ਦੀ ਪਿੱਠ ਵਿੱਚ ਛੁਰਾ ਮਾਰਿਆ। ਜਿਹੜੀਆਂ ਸੀਟਾਂ ਤੇ ਬਸਪਾ ਜਿੱਤ ਨਹੀਂ ਸਕਦੀ ਔਰ ਅਕਾਲੀ ਦਲ ਦਾ ਉੱਥੇ ਵੋਟ ਨਹੀਂ, ਬੀਜੇਪੀ ਦਾ ਵੋਟ ਆ। ਅਗਰ ਬੀਜੇਪੀ ਨਹੀਂ ਖੜਦੀ ਤਾਂ ਨਾ ਉਹ ਬਾਦਲ ਨੂੰ ਵੋਟ ਪਾਏਗੀ, ਨਾ ਉਹ ਬਸਪਾ ਨੂੰ ਵੋਟ ਪਾਏਗੀ। ਉਹ ਜੇ ਪਾਏਗੀ ਤਾਂ ਜਾਂ ਝਾੜੂ ਨੂੰ ਪਾ ਦੇਗੀ ਜਾਂ ਫਿਰ ਉਹ ਕਾਂਗਰਸ ਨੂੰ ਵੋਟ ਪਾਏਗੀ। ਇਹ ਡਰ ਹੈ ਜਿਹੜਾ ਵਰਕਰਾਂ ਦਾ, ਕਿ ਸੁਖਬੀਰ ਬਾਦਲ ਨੇ ਜਿਹੜਾ ਕਿਹਾ ਸੀ, ਜਿਹੜੀ ਲਲਕਾਰ ਉਹ ਤੁਹਾਨੂੰ ਯਾਦ ਆਈ ਆ, ਪੁਰਾਣੀਆਂ ਗੱਲਾਂ ਤੁਸੀਂ ਯਾਦ ਕਰ ਰਹੇ ਹੋ। ਇੱਕ ਵਾਰੀ ਤੁਹਾਨੂੰ ਛੱਡਿਆ ਵੀ ਹੈ, ਬਹੁਤ ਔਖੇ ਮੋੜ ਤੇ ਤੁਹਾਨੂੰ ਛੱਡਿਆ ਸੀਗਾ, ਉਸ ਤੋਂ ਬਾਅਦ ਤੁਹਾਡੇ ਕਦੇ ਪੈਰ ਵੀ ਨਹੀਂ ਲੱਗੇ ਇੰਨੇ ਸਿਆਸਤ ਦੇ ਵਿੱਚ ਗੂੜੇ। ਤਾਂ ਕੀ ਲੱਗਦਾ ਹੁਣ ਜਿਹੜਾ ਇਹ ਸਮਝੌਤਾ ਸੁਖਬੀਰ ਬਾਦਲ ਹਰਾਂ ਨੇ ਆਪਣੀ ਜਿਹੜੀ ਕਮੀ ਸੀ ਬੀਜੇਪੀ ਨਾਲ ਸਮਝੌਤੇ ਦੀ, ਉਹ ਜ਼ਰੂਰ ਪੂਰੀ ਕਰ ਲਈ ਤੇ ਨਾਲ ਦੀ ਨਾਲ ਖਾਤਮਾ ਵੀ ਹੋਏਗਾ ਬੀਐਸਪੀ ਦਾ ਸਮਝੌਤਾ? ਬਿਲਕੁਲ ਤੁਸੀਂ ਇਹ ਗੱਲ ਬਿਲਕੁਲ ਸਹੀ ਕਹਿ ਰਹੇ ਹੋ। ਬਸਪਾ ਨੂੰ ਦਬਾਬਾ ਵਿੱਚੋਂ ਚੱਕਣ ਲਈ ਇਹਨਾਂ ਨੇ ਦਬਾਬਾ ਦੀਆਂ ਜਿੱਤੀਆਂ ਹੋਈਆਂ ਸੀਟਾਂ, ਜੋ ਅਸੀਂ ਲੋਕ ਸਭਾ ਦੇ ਵਿੱਚ ਜਿੱਤੀਆਂ ਤੀਆਂ 5 ਸੀਟਾਂ ਤੇ ਅਸੀਂ, ਫਿਰ ਇਹ ਤੁਹਾਡੀ ਲੀਡਰਸ਼ਿਪ ਸਮਝੌਤਾ ਕਰਕੇ ਆਈ ਹੈ। ਜੈ ਸਿੰਘ, ਜਿਹੜੇ ਵੀ ਤੁਹਾਡੇ ਸਾਰੇ, ਜਿੰਨੀ ਸਮੁੱਚੀ ਸਟੇਟ ਦੀ ਲੀਡਰਸ਼ਿਪ ਹੈ, ਉਹਨੇ ਸਮਝੌਤਾ ਕੀਤਾ। ਮਾਇਆਵਤੀ ਖੁਦ ਫੋਨ ਕਰਦੇ ਨੇ ਪ੍ਰਕਾਸ਼ ਸਿੰਘ ਬਾਦਲ ਨੂੰ। ਕੀ ਉਹਨਾਂ ਨੇ ਵਰਕਰਾਂ ਨਾਲ ਗੱਲ ਨਹੀਂ ਕੀਤੀ? ਤੁਹਾਡੇ ਨਾਲ ਕੋਈ ਡਿਸਕਸ਼ਨ ਨਹੀਂ ਹੋਈ ਤੁਹਾਡੇ ਗਰਾਊਂਡ ਲੈਵਲ ਤੇ? ਦੇਖੋ ਜੀ, ਭੈਣ ਕੁਮਾਰੀ ਮਾਇਆਵਤੀ ਨੇ ਜੋ ਬਾਦਲ ਸਾਹਿਬ ਨਾਲ ਡਿਸਕਸ ਕੀਤੀ ਹੈ, ਉਹ ਪੰਜਾਬ ਲੈਵਲ ਦੀ ਕੀਤੀ ਹੈ। ਪੰਜਾਬ ਲੈਵਲ 'ਚ ਭੈਣ ਜੀ ਨੇ ਜੋ ਸੀਟਾਂ, ਅਸੀਂ 45 ਸੀਟਾਂ ਜਿਹੜੀਆਂ ਆ ਉਹ ਮੰਗ ਕੀਤੀ ਸੀਗੀ, ਜਿਹਦੇ ਵਿੱਚੋਂ 28 ਸੀਟਾਂ ਜਿਹੜੀਆਂ ਦੁਆਬੇ ਦੀਆਂ ਸੀਗੀਆਂ। ਲੇਕਿਨ ਪਤਾ ਨਹੀਂ ਇਹਨਾਂ ਨੇ ਕਿਸ ਆਧਾਰ ਦੇ ਉੱਪਰ ਇਹ ਦੁਆਬੇ ਦੀਆਂ ਜਿਹੜੀਆਂ ਜਿੱਤੀਆਂ ਹੋਈਆਂ ਸੀਟਾਂ ਹੈ, ਲੋਕ ਸਭਾ ਦੇ ਵਿੱਚ ਸਾਡੀ ਜਿਹੜੀ ਗੜ੍ਹਸ਼ੰਕਰ ਦੀ ਵੋਟ ਹੈ ਕਰੀਬ 25000 ਹੈ, ਬੰਗੇ ਤੋਂ 25000 ਹੈ, 3700 ਲੀਡ ਕੀਤੀ ਹੈ ਇੱਥੇ, ਆਦਮਪੁਰ ਤੋਂ ਲੀਡ ਕੀਤਾ, ਫਲੋਰ ਤੋਂ 43-44000 ਵੋਟ ਹੈ। ਸਾਨੂੰ ਨਹੀਂ ਪਤਾ ਸਾਡੀ ਲੀਡਰਸ਼ਿਪ ਨੇ ਕਿਸ ਤਰ੍ਹਾਂ ਜਿਹੜੀਆਂ ਸੀਟਾਂ ਉਹ ਅਕਾਲੀ ਦਲ ਨੂੰ ਦੇ ਦਿੱਤੀਆਂ। ਇਹ ਮੈਨੂੰ ਤਾਂ ਲੱਗਦਾ ਜਿੱਦਾਂ ਬਾਦਲ ਸਾਹਿਬ ਤੇ ਕਾਂਗਰਸ ਦੀ ਮਿਲੀ ਭੁਗਤ ਹੈ, ਇਹ ਆਪਸ ਵਿੱਚ ਹੀ ਖਿਚੜੀ ਹੋ ਕੇ ਬਸਪਾ ਵਰਕਰਾਂ ਨੂੰ ਸਮਾਪਤ ਕਰਨਾ ਚਾਹੁੰਦੇ ਹੈ। ਜਿਵੇਂ ਕਿ ਹਰਦੇਵ ਸਿੰਘ ਗੁਲਮਾਰਗ ਜੀ ਨੇ ਦੱਸਿਆ ਹੈ ਕਿ ਸੁਖਬੀਰ ਸਿੰਘ ਬਾਦਲ ਜੀ ਨੇ ਕਿਹਾ ਸੀ ਫਲੋਰ ਦੇ ਵਿੱਚ ਕਿ ਅਸੀਂ ਦੁਆਬਾ ਦੇ ਵਿੱਚੋਂ ਬਸਪਾ ਸਮਾਪਤ ਕਰ ਦੇਣੀ ਹੈ। ਉਹ ਇੱਕ ਤੀਰ ਨਾਲ 2 ਨਿਸ਼ਾਨੇ ਮਾਰ ਦਿੱਤੇ ਉਹਨਾਂ ਨੇ, ਬਸਪਾ ਵੀ ਸਮਾਪਤ ਕਰ ਦਿੱਤੀ ਹੈ ਤੇ ਆਪਣਾ ਜਿਹੜਾ ਉਹਨਾਂ ਨੇ ਉੱਲੂ ਵੀ ਸਿੱਧਾ ਕਰ ਲਿਆ ਜੀ। ਬਿਲਕੁਲ, ਤਾਂ ਇਹ ਡਰ ਹੈ ਵਰਕਰਾਂ ਦਾ ਜਿਹੜੇ ਗਰਾਊਂਡ ਲੈਵਲ ਤੇ ਨੇ। ਸਾਰੇ ਸਵਾਲ ਇਹਨਾਂ ਨਾਲ ਕਰਾਂਗੇ। ਪਹਿਲਾਂ ਤੁਹਾਨੂੰ ਹਾਲਤ ਦਿਖਾਉਣੇ ਆ ਬੀਐਸਪੀ ਦੇ ਵਰਕਰ ਨੇ, ਜਾਣਾਂਗੇ ਕਿੰਨੇ ਸਮੇਂ ਤੋਂ। ਤੁਸੀਂ ਦੇਖ ਸਕਦੇ ਹੋ ਕੋਈ ਮਹਿੰਗੀਆਂ ਗੱਡੀਆਂ ਦੇ ਵਿੱਚ ਕਿਤੋਂ ਏਸੀ ਦੇ ਵਿੱਚੋਂ ਨਿਕਲ ਕੇ ਨਹੀਂ ਆਏ, ਇੱਥੋਂ ਕੰਮ ਕਰ ਰਹੇ ਸੀ। ਅਸੀਂ ਇਹਨਾਂ ਨਾਲ ਗੱਲਬਾਤ ਕਰਨ ਆਏ ਆ ਤੇ ਲੰਬੇ ਸਮੇਂ ਤੋਂ ਕੰਮ ਕਰ ਰਹੇ ਨੇ, ਤੁਹਾਨੂੰ ਆਪ ਹੀ ਦੱਸਣਗੇ। ਤੁਸੀਂ ਕਿੰਨੇ ਸਮੇਂ ਤੋਂ ਬਸਪਾ ਦੇ ਵਿੱਚ? ਅੱਜ ਤਾਂ ਬਸਪਾ ਤੋਂ 15 ਸਾਲ ਤੋਂ ਨਾਲੇ ਆ ਜੀ।
ਹਰ ਵੇਲੇ ਵੋਟਾਂ ਜਦੋਂ ਹੁੰਦੀ ਹੈ ਤੁਸੀਂ ਕਰਦੇ ਹੋ ਕੰਮ ਕੰਪੇਨ ਕਰਾਉਣੇ ਪਾਰਟੀ ਨਾਲ? ਬਸਪਾ ਦੀ ਜਦੋਂ ਵੀ ਕੋਈ ਵਿਧਾਨ ਸਭਾ ਇਲੈਕਸ਼ਨ ਆਉਂਦੀ ਜਾਂ ਲੋਕ ਸਭਾ ਇਲੈਕਸ਼ਨ ਆਉਂਦੀ ਹਰ ਵਾਰੀ ਅਸੀਂ ਨਾਲ ਕੰਮ ਕਰਦੇ ਹਾਂ, ਕੰਪੇਨ ਵਿੱਚ ਕਰਦੇ ਹਾਂ ਪਾਰਟੀ ਦੇ ਨਾਲ, ਹਰ ਮੁੱਦੇ ਤੇ ਪਾਰਟੀ ਦੇ ਨਾਲ ਖੜੇ ਹਾਂ। ਹੁਣ ਤਾਂ ਕਿਹਾ ਜਾਂਦਾ ਦਲਿਤ ਪਾਰਟੀ ਹੈ ਤੇ ਪਰ ਹੁਣ ਦਲਿਤ ਵਰਕਰ ਨੇ ਜਿਹੜੇ ਉਹ ਤਾਂ ਇੱਥੇ ਖੜੇ ਨੇ, ਉਹ ਤਾਂ ਖੇਤਾਂ ਦੇ ਵਿੱਚ ਕੰਮ ਕਰ ਰਹੇ ਨੇ, ਉਹਨਾਂ ਨੂੰ ਤਾਂ ਪੁੱਛਿਆ ਤੱਕ ਨਹੀਂ ਗਿਆ। ਇਹ ਤਾਂ ਜੀ ਜਿਹੜੀਆਂ ਮੌਜੂਦਾ ਰਾਜ ਸਰਕਾਰਾਂ ਇਹ ਤਾਂ ਕਦੇ ਪੁੱਛਦੀਆਂ ਵੀ ਨਹੀਂ ਹੈਗੀਆਂ। ਇਹਨਾਂ ਨੇ ਕਿਸੇ ਵੀ ਸਮਾਜ ਨੂੰ ਅੱਜ ਤੱਕ ਤੁਸੀਂ ਮਾਇਆਵਤੀ ਦਾ ਬਹੁਤ ਸਤਿਕਾਰ ਕਰਦੇ ਹੋ, ਉਹਨਾਂ ਦਾ ਹੱਕ ਨਹੀਂ ਬਣਦਾ ਸੀ ਜਾਂ ਤੁਹਾਡੀ ਜਿਹੜੀ ਸਟੇਟ ਦੀ ਲੀਡਰਸ਼ਿਪ ਤੁਸੀਂ ਚੁਣੀ ਹੋਈ ਆ ਉਹਨਾਂ ਦਾ ਕੋਈ ਹੱਕ ਨਹੀਂ ਸੀਗਾ ਕਿ ਤੁਹਾਡੇ ਨਾਲ ਇੱਕ ਵਾਰੀ ਤਾਲਮੇਲ ਕੀਤਾ ਜਾਂਦਾ? ਖਾਸ ਤੌਰ ਤੇ ਵਰਕਰਾਂ ਦੇ ਸਿਰ ਤੇ ਚੱਲਣ ਵਾਲੀ ਪਾਰਟੀ ਹੈ ਬਸਪਾ। ਗੱਲ ਇਦਾਂ ਜੇ ਬਸਪਾ ਵਰਕਰਾਂ ਨਾਲ ਚੱਲਣ ਵਾਲੀ ਪਾਰਟੀ ਦਾ ਜ਼ਰੂਰ ਹੈ, ਪਰ ਜਿਹੜੇ ਬਸਪਾ ਦੇ ਜਿਹੜੇ ਸਾਡੇ ਮੌਜੂਦਾ ਮੋਹਰੀ ਹੈਗੇ ਉਹਨਾਂ ਨੇ ਅੱਜ ਤੱਕ ਜਿਹੜੇ ਸਾਡੇ ਸੀਨੀਅਰ ਆਗੂ ਹੈ, ਜਿਹੜੇ ਸਾਡੇ ਗੜਸ਼ੰਕਰ ਦੇ ਜਾਂ ਸਾਡਾ ਵਿਧਾਨ ਸਭਾ ਦੇ ਗੜਸ਼ੰਕਰ ਦੇ ਪ੍ਰਧਾਨ ਹੈ, ਨਾ ਉਹਨਾਂ ਨੂੰ ਕਦੇ ਉਹਨਾਂ ਦੀ ਕਦੇ ਸਾਰ ਲਈ, ਜਾਂ ਕੋਈ ਸੈਕਟਰ ਇੰਚਾਰਜ ਹੈ ਜਾਂ ਕੋਈ ਸਰਕਲ ਇੰਚਾਰਜ ਹੈ, ਉਹਨਾਂ ਦੀ ਬਿਲਕੁਲ ਬਾਤ ਨਹੀਂ ਪੁੱਛੀ ਗਈ ਕਦੇ ਵੀ। ਤੇ ਅਗਰ ਇਸੇ ਤਰ੍ਹਾਂ ਹੁਣ ਜਿਹੜੀ ਤੁਹਾਡੀ ਮੰਗ ਹੈ ਕਿ ਸੀਟਾਂ ਦੀ ਜਿਹੜੀ ਸਹੀ ਵੰਡ ਹੋਣੀ ਚਾਹੀਦੀ ਹੈ, ਜੇ ਨਹੀਂ ਹੁੰਦੀ ਕੀ ਤੁਸੀਂ ਬਸਪਾ ਦੇ ਨਾਲ ਜਾਓਗੇ? ਅਕਾਲੀ ਗੱਠਜੋੜ ਜਿਹੜਾ ਬਸਪਾ ਦਾ ਵੋਟਾਂ ਪਾਓਗੇ? ਜੇ ਇਹ ਸਾਨੂੰ ਜਿਹੜੀਆਂ ਸਾਡੀਆਂ ਮੇਨ ਸੀਟਾਂ ਹੈਗੀਆਂ, ਜਿਹੜੀਆਂ ਸਾਡੇ ਦੁਆਬੇ ਦੀਆਂ ਸੀਟਾਂ, ਜੇ ਉਹ ਸਾਨੂੰ ਨਹੀਂ ਮਿਲਦੀਆਂ ਤਾਂ ਅਸੀਂ ਬਿਲਕੁਲ ਨਾਲ ਨਹੀਂ ਤੁਰਾਂਗੇ। ਤਾਂ ਅਸੀਂ ਘਰ ਬੈਠਣਾ ਪਸੰਦ ਕਰਦੇ ਹਾਂ ਜਾਂ ਅਸੀਂ ਕਿਸੇ ਵੀ ਆਜ਼ਾਦ ਦੀ ਮਦਦ ਕਰਨਾ ਤਹਿ ਦਿਲੋਂ ਪਸੰਦ ਕਰਦੇ ਹਾਂ। ਜੀ ਤੁਸੀਂ ਕਿੰਨੇ ਸਮੇਂ ਤੋਂ ਬਸਪਾ ਨਾਲ? ਮੈਂ 1982 ਤੋਂ, ਜਦੋਂ ਪਿਆਰਾ ਸਿੰਘ ਬਾਜੀਗਰ ਜੀ ਪਹਿਲਾਂ ਹੀ ਇੱਥੇ ਇਲੈਕਸ਼ਨ ਲੜੇ ਸੀਗੇ, ਜੰਗ ਏਜ ਤੋਂ 18 ਸਾਲ ਦਾ ਸੀਗਾ ਜਦ ਦਾ ਬਸਪਾ 'ਚ ਹੈ। ਅੱਜ ਤੱਕ ਨਾ ਪਾਰਟੀ ਦੇ ਅਹੁਦਾ ਲਿਆ, ਨਿਸ਼ਕਾਮ ਸੇਵਾ ਕੀਤੀ ਹੈ। ਸਮਝੌਤੇ ਹੁੰਦੇ ਰਹੇ, ਸਰਕਾਰਾਂ ਬਣੀਆਂ ਨੇ, ਸਰਕਾਰਾਂ ਆਉਂਦੀਆਂ ਜਾਂਦੀਆਂ ਰਹੀਆਂ, ਪਰ ਜਿਹੜਾ ਹੁਣ ਇਹ ਸਮਝੌਤਾ ਹੋਇਆ ਅਕਾਲੀ ਦਲ ਨਾਲ ਬਸਪਾ ਦਾ, ਅਸੀਂ ਇਹਦਾ ਸਵਾਗਤ ਕਰਦਾ। ਮੈਂ ਖੁਦ ਸਵਾਗਤ ਕਰਦਾ ਵੀ ਬਹੁਤ ਵਧੀਆ ਕੀਤਾ, ਸਮਝੌਤਾ ਹੋਣਾ ਚਾਹੀਦਾ। ਤਾਂ ਅਕਾਲੀ ਦਲ ਨਾਲੇ ਜਿਹੜੇ ਅਕਾਲੀ ਦਲ ਦੇ ਇਲਜ਼ਾਮ ਲਾਉਂਦੀ ਰਹੀ ਪਹਿਲਾਂ ਬਸਪਾ, ਜਿਸ ਤਰ੍ਹਾਂ ਦਾ ਕੰਮ ਪੰਜਾਬ ਦੇ ਵਿੱਚ ਅਕਾਲੀ ਦਲ ਨੇ ਕੀਤਾ, ਕੀ ਹੁਣ ਉਹਨਾਂ ਤੋਂ ਵੀ ਤੁਸੀਂ ਬਰੀ ਕਰ ਰਹੇ ਹੋ ਅਕਾਲੀ ਦਲ ਨੂੰ? ਦੇਖੋ, ਜਦੋਂ ਸਮਝੌਤੇ ਹੁੰਦੇ ਨਾ, ਸਮਝੌਤੇ ਲੜਾਈ ਹੁੰਦੀ ਹੈ ਕਿਸੇ ਦੀ, ਜਦੋਂ ਸਮਝੌਤਾ ਹੁੰਦਾ ਉਹ ਗਿਲੇ ਸ਼ਿਕਵੇ ਦੂਰ ਕਰਕੇ ਹੁੰਦਾ। ਐਦਾਂ ਸਮਝੌਤਾ ਨਹੀਂ ਹੁੰਦਾ ਕਿਸੇ ਦਾ ਵੀ। ਸਮਝੌਤਾ ਹੋਇਆ ਬਹੁਤ ਵਧੀਆ ਗੱਲ ਹੈ, ਆਪਾਂ ਸੁਖਬੀਰ ਗੜ੍ਹੀ ਦਾ ਵੀ ਧੰਨਵਾਦ ਕਰਦੇ ਜਦੋਂ ਸਮਝੌਤਾ ਕੀਤਾ, ਉਹਨੇ ਬਹੁਤ ਵਧੀਆ ਗੱਲ ਕੀਤੀ। ਪਰ ਕਾਰਨ ਇਹ ਹੈ, ਜਦੋਂ ਆਪਾਂ ਦੁਆਬੇ ਦੇ ਜਿਹੜੇ ਬਸਪਾ ਦੇ ਵਰਕਰ ਹੈ, ਪਿੰਡ ਪੱਧਰ ਦੇ ਵਰਕਰ ਹੈ, ਜਿਨੀ ਕਿ ਸਾਨੂੰ ਲੋਕਾਂ ਕੋਲੋਂ ਵੋਟਾਂ ਲੈ ਕੇ ਦੇਣੀਆਂ ਹੈ, ਜਦੋਂ ਉਹੀ ਲੋਕ ਨਾਰਾਜ਼ ਹੈ, ਉਹ ਚਾਹੁੰਦੇ ਹੈ ਗੜ੍ਹਸ਼ੰਕਰ ਹੈ, ਬਲਾਚੌਰ ਹੈ, ਬੰਗਾ ਹੈ, ਨਵਾਂ ਸ਼ਹਿਰ ਹੈ, ਮਾਲਵਾ, ਚੱਬੇਵਾਲ ਹੈ, ਇਹ ਸੀਟਾਂ ਜਿਹੜੀਆਂ ਜੇਤੂ ਸੀਟਾਂ ਸੀਗੀਆਂ ਸਾਡੀਆਂ, ਇਹ ਸਾਨੂੰ ਮਿਲਣੀਆਂ ਚਾਹੀਦੀਆਂ। ਬਸਪਾ ਦਾ ਅਸੀਂ ਧੰਨਵਾਦੀ ਹਾਂ, ਜਸਵੀਰ ਗੜ੍ਹੀ ਦਾ ਅਸੀਂ ਮੰਗ ਕਰਦੇ ਹਾਂ ਵੀ ਸੀਟਾਂ ਜਿਹੜੀਆਂ ਦੁਬਾਰਾ ਬੈਠ ਕੇ ਜੇ ਤੁਸੀਂ ਉਮੀਦ ਹੈਗੀ ਹੈ ਤੁਹਾਨੂੰ, ਤੁਹਾਡੀ ਜਿਹੜੀ ਲੀਡਰਸ਼ਿਪ ਹੈ ਕਿ ਤੁਹਾਡੀ ਮੰਗ ਇਹ ਮੰਨੀ ਜਾਵੇਗੀ? ਹਾਂ, ਉਮੀਦ ਰੱਖਦੇ ਪਰ ਸਾਡੀ ਮੰਗ ਮੰਨੀ ਜਾਵੇ, ਤਾਂ ਕਿ ਬਸਪਾ ਜਿਹੜੀ ਕਮ ਸੇ ਕਮ ਗਰਾਊਂਡ ਪੱਧਰ ਤੇ ਪੰਜਾਬ ਦੇ ਵਿੱਚ ਤਾਂ ਬਚਾ ਸਕੀਏ। ਜੇ ਮੰਨ ਲਓ ਤੁਹਾਡੇ ਇਹ ਜਿਹੜੇ ਵਿਚਾਰ ਨੇ ਅਸੀਂ ਪਹੁੰਚਾਵਾਂਗੇ, ਸਾਡਾ ਮੀਡੀਆ ਦਾ ਕੰਮ ਹੈ ਮੀਡੀਓਕਰ ਦੀ ਭੂਮਿਕਾ ਨਿਭਾਉਣਾ, ਪਰ ਜੇ ਫਿਰ ਵੀ ਨਹੀਂ ਸੁਣੀ ਜਾਂਦੀ, ਫਿਰ ਤੁਹਾਡੀ ਕੀ ਰਣਨੀਤੀ ਅਗਲੀ? ਕੀ ਤੁਸੀਂ ਆਪਦਾ ਉਮੀਦਵਾਰ ਖੜਾ ਕਰੋਗੇ? ਫਿਰ ਸਾਡੀ ਰਣਨੀਤੀ ਸਭ ਤੋਂ ਪਹਿਲਾਂ ਤਾਂ ਇਹ ਹੈ ਵੀ ਜਿੰਨੇ, ਮੈਂ ਆਪਣੀ ਨਹੀਂ ਦੱਸਦਾ, ਜਿੰਨੇ ਸਾਡੇ ਵਰਕਰ ਹੈ, ਜਿੰਨੇ ਗੜ੍ਹਸ਼ੰਕਰ ਦੇ ਜਾਂ ਹੋਰ ਜਿੰਨੇ ਦੇ ਵੀ ਸਾਨੂੰ ਫੋਨ ਆਉਂਦੇ ਹੈ, ਉਹ ਸਾਰੇ ਵਰਕਰ ਸਾਇਲੈਂਟ ਆਪਣੇ ਘਰਾਂ 'ਚ ਬਹਿ ਜਾਣਗੇ। ਅਗਲੀ ਰਣਨੀਤੀ ਜਿਹੜੀ ਫਿਰ ਆਉਣ ਵਾਲੇ ਸਮੇਂ 'ਚ ਅਪਣਾਵਾਂਗੇ, ਕਿਆ ਅਪਣਾਣੀ ਹੈ, ਹਲੇ ਸਾਇਲੈਂਟ ਹੋ ਕੇ ਬਹਿ ਜਾਣਗੇ ਘਰ ਸਾਰੇ, ਕਿਸੇ ਪਾਸੇ ਨਹੀਂ ਤੁਰਨਗੇ ਉਹ। ਅਗਰ ਸਮਝੌਤਾ ਸਹੀ ਤਰੀਕੇ ਨਾਲ ਆਂਦਾ, ਸੀਟਾਂ ਦੀ ਵੰਡ ਸਹੀ ਤਰੀਕੇ ਨਾਲ ਹੁੰਦੀ ਹੈਗੀ, ਤਾਂ ਬਸਪਾ ਕੇਡਰ ਸਾਰਾ ਨਾਲ ਹੈ। ਨਹੀਂ ਤਕਰੀਬਨ 1-2% ਹੈ ਜਿਹੜੇ ਬਸਪਾ ਚੱਲੂਗੇ, ਬਾਕੀ ਬਸਪਾ ਕੇਡਰ ਸਾਰਾ ਸ਼ਾਂਤਮਈ ਘਰਾਂ 'ਚ ਬੈਠ ਸਕਦਾ। ਜਸਵੰਤ ਜੀ, ਇੱਕ ਸਵਾਲ ਇਹ ਵੀ ਹੈ ਕਿ ਵੋਟਾਂ ਦੇ ਟਾਈਮ ਦਲਿਤ ਬੜੀ ਅਹਿਮ ਭੂਮਿਕਾ ਹੁਣ ਲੱਗਦਾ ਕਿ ਨਿਭਾਉਣਗੇ ਇਸ ਇਲੈਕਸ਼ਨ ਦੇ ਵਿੱਚ, ਖਾਸ ਤੌਰ ਤੇ ਜਦੋਂ ਕਿਸਾਨ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਨੇ, ਤਾਂ ਹੁਣ ਸਾਰੀਆਂ ਪਾਰਟੀਆਂ ਨੂੰ ਲੱਗਦਾ ਕਿਤੇ ਨਾ ਕਿਤੇ ਜਿਹੜਾ ਦਲਿਤ ਵੋਟ ਬੈਂਕ ਇਸ ਵਾਰ 22 ਦੇ ਵਿੱਚ ਵੱਡਾ ਫੈਕਟਰ ਰਹੇਗਾ ਜਿੱਤ ਦਾ। ਬਿਲਕੁਲ ਸਹੀ ਗੱਲ ਹੈ ਜੀ ਤੁਹਾਡੀ। ਇਹ ਦਲਿਤ ਵੋਟ ਜਿਹੜਾ ਹੈ ਉਹ ਦੁਆਬੇ ਦੇ ਵਿੱਚ ਤਕਰੀਬਨ 33 ਤੋਂ 35% ਤੇ ਗੜ੍ਹਸ਼ੰਕਰ ਦੇ ਵਿੱਚ 45% ਤੇ ਨਵਾਂ ਸ਼ਹਿਰ ਦੇ ਵਿੱਚ 55% ਹੈ। ਤੇ ਸਾਡਾ ਜਿਹੜਾ ਦੁਆਬਾ ਹੈ ਉਹ ਕਰੀਬ ਇਹਦੇ ਵਿੱਚ ਭੂਮਿਕਾ ਪਹਿਲਾਂ ਵੀ ਨਿਭਾਉਂਦਾ ਆ ਤੇ ਹੁਣ ਵੀ ਨਿਭਾਏਗਾ। ਤੁਹਾਡੀ ਮੰਗ ਕਿਹੜੀ ਹੈ ਕਿ ਜਿਹੜੀਆਂ ਬਸਪਾ ਨੂੰ ਕਿਹੜੀਆਂ ਸੀਟਾਂ ਮਿਲਣੀਆਂ ਚਾਹੀਦੀਆਂ ਤੇ ਤੁਸੀਂ ਪਾਰਟੀ ਨਾਲ ਚੱਲੋਗੇ? ਦੇਖੋ ਜੀ, ਗੜ੍ਹਸ਼ੰਕਰ ਸੀਟ, ਫਲੋਰ ਸੀਟ, ਬੰਗਾ, ਬਲਾਚੌਰ, ਸ਼ਾਮ 84 ਤੇ ਚੱਬੇਵਾਲ ਤੇ ਆਦਮਪੁਰ, ਇਹ ਸੀਟਾਂ ਜਿਹੜੀਆਂ ਬਸਪਾ ਦੀਆਂ ਗੜ੍ਹ ਮੰਨੇ ਜਾਣ ਵਾਲੀਆਂ ਸੀਟਾਂ ਨੇ, ਕਿਉਂਕਿ ਜਿਹੜੀ ਬਸਪਾ ਹੈ ਉਹ ਇਹਨਾਂ ਸੀਟਾਂ ਤੋਂ ਹੀ ਜਨਮੀ ਹੈ। ਬਸਪਾ ਜਿਹੜੀ ਹੈ ਇਹਨਾਂ ਲੋਕਾਂ ਦੀ ਮਾਂ ਪਾਰਟੀ ਹੈ। ਅਸੀਂ ਇਸ ਪਾਰਟੀ ਦੇ ਵਿੱਚ ਆਪਣੇ ਆਪ ਨੂੰ ਇੰਨਾ ਕੁ ਸਥਾਪਿਤ ਕੀਤਾ ਆ, ਆਪਣੇ ਆਪ ਨੂੰ ਇੰਨਾ ਕੁ ਇਹਦੇ ਨਜ਼ਦੀਕ ਮੰਨਦੇ ਆ ਕਿ ਜੇ ਅਗਰ ਇਹ ਪਾਰਟੀ ਨੇ ਇਹ ਸੀਟਾਂ ਛੱਡ ਦਿੱਤੀਆਂ ਤਾਂ ਜਿਹੜਾ ਦਲਿਤ ਵੋਟ ਹੈ
ਉਹ ਖਿਸਕ ਕੇ ਦੂਸਰੀਆਂ ਪਾਰਟੀਆਂ ਨਾਲ ਚਲੇ ਜਾਏਗਾ ਤੇ ਬਸਪਾ ਜਿਹੜੀ ਇੱਥੋਂ ਸਮਾਪਤ ਹੋ ਜਾਏਗੀ। ਮੈਂ ਇੰਨਾ ਕੁਝ ਵੀ ਕਹਿ ਸਕਦਾ, ਇਹ ਤੋਂ ਜ਼ਿਆਦਾ ਤਾਂ ਕੁਝ ਨਹੀਂ ਕਹਿ ਸਕਦਾ। ਬਾਕੀ ਜੋ ਸਾਡੇ ਲੀਡਰ ਸਾਹਿਬਾਨ ਹੈ, ਉਮੀਦ ਤਾਂ ਸਾਨੂੰ ਇਹੀ ਹੈ ਵੀ ਸਾਡੀਆਂ ਜਿਹੜੀਆਂ ਮੰਗਾਂ ਹੈ ਉਹਨਾਂ ਦੇ ਉੱਪਰ ਗੌਰ ਕਰਨਗੇ ਤੇ ਜਿਹੜਾ ਸਾਡਾ ਦਲਿਤ ਵੋਟ ਹੈ ਜਾਂ ਵੋਟਰ ਹੈ ਜੋ ਸਾਨੂੰ ਪਿੰਡਾਂ ਦੇ ਵਿੱਚੋਂ ਆਵਾਜ਼ ਆਈ ਹੈ, ਉਹ ਅੱਜ ਬਹੁਤ ਹੀ ਨਿਰਾਸ਼ਾ ਦੇ ਆਲਮ ਵਿੱਚ ਹੈ। ਉਹ ਚਾਹੁੰਦਾ ਹੈ ਕਿ ਇਹ ਜਿਹੜੀਆਂ ਸੀਟਾਂ ਹੈ ਇਹ ਬਸਪਾ ਨੂੰ ਮਿਲਣ ਤਾਂ ਕਿ ਜਿਹੜਾ ਬਸਪਾ ਦਾ ਜਾਨਾ ਆਧਾਰ ਹੈ ਉਹ ਉੱਭਰ ਕੇ ਸਾਹਮਣੇ ਆਵੇ ਤੇ ਜਿਹੜਾ ਅਸੀਂ ਸਰਕਾਰ ਦੇ ਵਿੱਚ ਉੱਚ ਪੱਧਰੀ ਜਿਹੜੀ ਹੈ ਉਹ ਭੂਮਿਕਾ ਨਿਭਾ ਸਕੀਏ। ਜੀ ਧੰਨਵਾਦ ਬਹੁਤ। ਇਹ ਤਾਂ ਸਮੂਹ ਜਿਹੜੀ ਲੀਡਰਸ਼ਿਪ ਕਹਿ ਲਓ ਜਾਂ ਵਰਕਰ ਕਹਿ ਲਓ, ਗਰਾਊਂਡ ਲੈਵਲ ਦੇ ਗੜ੍ਹ ਸ਼ੰਕਰ ਦੇ ਇਹ ਵਰਕਰ ਨੇ, ਇੱਥੇ ਕੰਮ ਕਰ ਰਹੇ ਨੇ ਬਸਪਾ ਪਾਰਟੀ ਦੇ ਲਈ ਲੰਬੇ ਸਮੇਂ ਤੋਂ। ਤਾਂ ਨਾਰਾਜ਼ਗੀ ਕੋਈ ਜ਼ਾਹਰ ਨਹੀਂ ਕੀਤੀ ਪਾਰਟੀ ਦੇ ਲਈ, ਬਲਕਿ ਸੀਟਾਂ ਜਿਨ੍ਹਾਂ ਦਾ ਇਹਨਾਂ ਨੇ ਜ਼ਿਕਰ ਕੀਤਾ ਕਿਹਾ ਕਿ ਉਹ ਜ਼ਰੂਰ ਸੀਟਾਂ ਤੇ ਜਿਹੜੀ ਉਹ ਸੀਟਾਂ ਜਿਹੜੀਆਂ ਬਸਪਾ ਦੇ ਹੱਕ ਦੇ ਵਿੱਚ ਆਉਣੀਆਂ ਚਾਹੀਦੀਆਂ ਤੇ ਬਸਪਾ ਨੂੰ ਦਿੱਤੀਆਂ ਜਾਣੀਆਂ ਚਾਹੀਦੀਆਂ, ਤਾਂ ਕਿ ਜਿਹੜੀ ਜਿੱਥੋਂ ਸ਼ੁਰੂ ਹੋਈ ਹੈ ਜਿਹੜੀ ਪਾਰਟੀ, ਤਾਂ ਉਹ ਜਿਹੜਾ ਆਧਾਰ ਹੈ ਕਿਤੇ ਨਾ ਕਿਤੇ ਸ਼ੱਕ ਜ਼ਾਹਰ ਕਰ ਰਹੇ ਨੇ ਇਹ ਵਰਕਰ ਕਿ ਸੁਖਬੀਰ ਸਿੰਘ ਬਾਦਲ ਹਰੀ ਜਿਸ ਤਰ੍ਹਾਂ ਕਿਹਾ ਕਰਦੇ ਸੀ ਕਿ ਬਸਪਾ ਨੂੰ ਖਤਮ ਕੀਤਾ ਜਾਏਗਾ ਦੁਆਬੇ ਦੇ ਵਿੱਚੋਂ, ਕਿਤੇ ਉਹ ਤੀਰ ਤਾਂ ਨਹੀਂ ਛੱਡਿਆ ਸੁਖਬੀਰ ਸਿੰਘ ਬਾਦਲ ਹਰਾਂ ਨੇ ਜਿਸ ਦੇ ਨਾਲ ਜਿਹੜੀ ਬਸਪਾ ਨੂੰ ਖਤਰਾ ਪਹੁੰਚੇ। ਹਰਦੇਵ ਸਿੰਘ ਜੀ, ਜਿਸ ਤਰ੍ਹਾਂ ਪਹਿਲਾਂ ਇੱਥੋਂ ਵੱਡੇ ਚਿਹਰੇ ਰਹੇ ਨੇ ਸ਼ਿਗਾਰਾ ਰਾਮ ਸਹੂੰਗੜਾ, ਸਤਨਾਮ ਸਿੰਘ ਕੈਂਥ, ਉਹਨਾਂ ਨੂੰ ਡਾਊਨ ਕੀਤਾ ਗਿਆ, ਜ਼ੀਰੋ ਕੀਤਾ ਗਿਆ ਪੋਲਿਟਿਕਸ ਦੇ ਨਾਲ। ਕਿਤੇ ਜਿਹੜੀ ਬਸਪਾ ਦੀ ਨੈਸ਼ਨਲ ਲੈਵਲ ਦੀ ਕਮਾਂਡ ਹੈ ਕਿਤੇ ਉੱਥੋਂ ਤੱਕ ਇਹ ਲੀਡਰਸ਼ਿਪ ਨਾ ਪਹੁੰਚੇ ਪੰਜਾਬ ਦੇ ਵਿੱਚੋਂ। ਕਿਤੇ ਖੁਦ ਮਾਇਆਵਤੀ ਤਾਂ ਨਹੀਂ ਇਸ ਮਸਲੇ ਦੇ ਵਿੱਚ ਇੰਟਰਸਟਿਡ ਕਿ ਜਿਹੜੇ ਪੰਜਾਬ ਦੇ ਵਿੱਚੋਂ ਕੋਈ ਵੱਡੇ ਸਿਆਸੀ ਚਿਹਰੇ ਨਾ ਨਿਕਲਣ ਬਸਪਾ ਦੇ ਤੇ ਉਹਨਾਂ ਦੀ ਜਿਹੜੀ ਪਕੜ ਹੈ ਬਸਪਾ ਦੇ ਉੱਪਰ ਨੈਸ਼ਨਲ ਲੈਵਲ ਤੇ ਜਿਸ ਤਰ੍ਹਾਂ ਹੈ ਉਸ ਤਰ੍ਹਾਂ ਬਣੀ ਰਵੇ? ਇਹ ਜਿਹੜਾ ਸਵਾਲ ਆ ਨਾ ਤੁਹਾਡਾ, ਇਹ ਸਵਾਲ ਨਿਰਧਾਰਤ ਆ, ਇਹਦਾ ਕੋਈ ਵਜੂਦ ਨਹੀਂ। ਪਰ ਇਸ ਤਰ੍ਹਾਂ ਹੋਇਆ ਪਹਿਲਾਂ। ਉਹਦਾ ਕਾਰਨ ਮੈਂ ਦੱਸਦਾ। ਉੱਠਣਾ ਹੋਵੇ ਆਪ ਤੋਂ ਫਿੱਟੇਵੇਂ ਗੋਡਿਆਂ ਨੂੰ। ਜੀ। ਜਿਹੜਾ ਸਤਨਾਮ ਸਿੰਘ ਕੈਂਥ ਆ, ਜੇ ਮੈਂ ਸੱਚਾਈ ਜ਼ਾਹਰ ਕਰਾਂ ਤੇ ਪੰਜਾਬ ਨੂੰ ਅੱਜ ਪੰਜਾਬ 'ਚ 10-15 ਸਾਲ ਪਹਿਲਾਂ ਰਾਜ ਕਰਤਾ ਪਾਰਟੀ ਹੁੰਦੀ, ਅਗਰ ਸਤਨਾਮ ਸਿੰਘ ਕੈਂਥ ਬਸਪਾ ਦੀ ਪਿੱਠ 'ਚ ਛੁਰਾ ਨਾ ਮਾਰਦੇ। ਇਹੋ ਗੱਲ ਹੈ ਨਾ, ਤੁਹਾਡੇ ਸਟੇਟ ਲੀਡਰ ਹੁਣ ਵੀ ਜੇ ਤੁਹਾਡੇ ਬਿਨਾਂ ਕਿਉਂਕਿ ਪੁੱਛੇ ਸਮਝੌਤਾ ਕਰਕੇ ਆਏ ਨੇ, ਹੁਣ ਵੀ ਸ਼ੁਰਾ ਤਾਂ ਨਹੀਂ ਵੱਜ ਰਿਹਾ? ਮੈਂ ਜਿਹੜੀ ਗੱਲ ਕਹਿ ਰਿਹਾ, ਕਿਉਂਕਿ ਮੈਂ ਪਾਰਟੀ ਨਾਲ 85 ਤੋਂ ਇਹਨਾਂ ਲੀਡਰਾਂ ਦੇ ਨਾਲ ਘੇ ਖਿਚੜੀ ਆ। ਕਰੀਮਪੁਰੀ, ਸੂੰਗੜਾ, ਸ਼ਿੰਗਾਰਾ ਰਾਮ ਤੇ ਜਸਵੀਰ ਸਿੰਘ ਗੜੀ, ਹਰਭਜਨ ਸਿੰਘ ਲਾਖਾ ਤੇ ਕੈਂਥ, ਇਹ ਜਿਹੜੇ ਉਸ ਵੇਲੇ ਦੋ ਗਰੁੱਪ ਬੋਲਦੇ ਸੀ, ਹਰਭਜਨ ਸਿੰਘ ਲਾਖਾ ਤੇ ਕੈਂਥ। ਕਿਉਂਕਿ ਕੈਂਥ ਜਿਹੜਾ ਇੱਕ ਛਾਤਰ ਦਿਮਾਗ ਬੰਦਾ ਸੀ, ਉਸ ਬੰਦੇ ਨੇ ਜਿੰਨਾ ਪਾਰਟੀ ਨੂੰ ਖੋਰਾ ਲਾਇਆ, ਜਿੰਨਾ ਗਰੁੱਪ ਸੀ ਕੈਂਥ ਦਾ, ਉਹ ਸਾਰਾ ਹੀ ਪਾਰਟੀ ਛੱਡ ਕੇ ਗਿਆ। ਔਰ ਜਿਹੜਾ ਹਰਭਜਨ ਸਿੰਘ ਲਾਖਾ ਦਾ ਗਰੁੱਪ ਸੀ ਉਹ ਪਾਰਟੀ ਨਾਲ ਚਟਾਨ ਵਾਂਗ ਖੜਾ ਰਿਹਾ। ਸਿਰਫ ਲਾਖਾ ਨੂੰ ਇਸ ਕਰਕੇ ਕੱਢਿਆ ਕਿਉਂਕਿ ਉਹਦੇ ਭਰਾ ਨੂੰ ਕੇਨ ਕਮਿਸ਼ਨਰ ਲਾਇਆ ਸੀ ਔਰ ਉੱਤਰ ਪ੍ਰਦੇਸ਼ 'ਚ ਉਹਨ ਗੰਨੇ ਜਿਹੜੇ ਬੀਜੇਪੀ ਨੂੰ ਚਪਾਏ। ਉਸ ਦੇ ਕਾਰਨ ਲਾਖੇ ਦਾ ਨੁਕਸਾਨ ਸਾਹਿਬ ਕਾਂਸ਼ੀ ਰਾਮ ਨੇ ਕੀਤਾ ਸੀ। ਕੋਈ ਇਹੋ ਜਿਹੀ ਭੈਣ ਮਾਇਆਵਤੀ ਦੀ ਕੋਈ ਸੋਚ ਨਹੀਂ ਇਦਾਂ ਦੀ। ਉਹ ਚਾਹੁੰਦੀ ਆ ਕਿ ਜਿਹੜਾ ਪੰਜਾਬ ਆ ਉਹ ਯੂਪੀ ਦੀ ਤਰ੍ਹਾਂ ਉੱਭਰੇ। ਇਹ ਠੀਕ ਆ ਵੀ ਜਿਹੜੇ ਲੀਡਰ ਆ ਭੈਣ ਜੀ ਨਾਲ ਗੱਲ ਕਰਨ ਲਈ, ਭੈਣ ਜੀ ਦੇ ਕੋਲ ਆਪਣੀ ਗੱਲ ਦੱਸਣ ਲਈ ਸਰਮੱਥਾ। ਕਿਉਂਕਿ ਜਦੋਂ ਗੜੀ ਨੇ ਸਮਝੌਤਾ ਕੀਤਾ, ਮੈਂ ਉਸੇ ਦਿਨ ਜਿੱਦਣ ਡਿਬੇਟ ਚੱਲਦੀ ਸੀ ਉਹਨਾਂ ਕੋਲੇ ਸਹੀ ਜਾਣਕਾਰੀ, ਸਹੀ ਗੱਲਬਾਤ ਨਹੀਂ ਗਈ। ਕਿਉਂਕਿ ਜਿਹੜੀ ਡਿਬੇਟ ਜਿੱਦਣ ਚੱਲੀ ਅੱਜ ਸਮਝੌਤੇ ਦੀ, ਮੈਂ ਗੜੀ ਸਾਹਿਬ ਨੂੰ ਫੋਨ ਕੀਤਾ। ਮੈਂ ਕਿਹਾ ਗੜੀ ਸਾਹਿਬ ਵਧਾਈਆਂ ਤੁਹਾਨੂੰ ਸਮਝੌਤੇ ਦੀਆਂ, ਪਰ ਜਿਹੜੀ ਸੀਟਾਂ ਦੀ ਵੰਡ ਆ ਰਹੀ ਆ ਗੜੀ ਸਾਹਿਬ, ਉਹਨਾਂ ਸੀਟਾਂ ਤੇ ਤੁਹਾਡੀਆਂ ਜ਼ਮਾਨਤਾਂ ਜ਼ਬਤ ਹੋਣਗੀਆਂ। ਇਸ ਕਰਕੇ ਭੈਣ ਜੀ ਕੋਲ, ਜੇ ਤੁਸੀਂ ਨਹੀਂ ਇਹ ਸਮਝੌਤੇ ਦੇ ਵਿੱਚ, ਜੇ ਭੈਣ ਜੀ ਤੱਕ ਆ ਤਾਂ ਭੈਣ ਜੀ ਨੂੰ ਦੱਸ ਕੇ ਸੀਟਾਂ ਦੀ, ਦੁਆਬੇ ਵਾਲੀਆਂ ਸੀਟਾਂ ਜਿੱਥੇ ਬਸਪਾ 25 ਤੋਂ ਲੈ ਕੇ 44,000 ਤੱਕ ਵੋਟ ਲਈ ਆ, ਉਹ ਸੀਟਾਂ ਭੈਣ ਜੀ ਨੂੰ ਦੱਸ ਕੇ ਉਹ ਲਈਆਂ ਜਾਣ। ਔਰ ਉਹ ਤੋਂ ਬਾਅਦ ਫਿਰ ਅਸੀਂ ਉਪਰਾਲਾ ਭੈਣ ਜੀ ਤੱਕ ਜਿਹੜੀ ਇਹ ਲਿਸਟ ਆ 20 ਸੀਟਾਂ ਦੀ, ਉਹਦੇ ਪੀਏ ਤੱਕ ਉਹ ਵੀ ਅਸੀਂ ਉਹਨਾਂ ਦੇ WhatsApp ਤੇ ਪੁੱਜਦੀ ਕਰ ਦਿੱਤੀ ਆ। ਇਸ ਕਰਕੇ ਕਿ ਜਿਹੜਾ ਦੁਆਬੇ ਦੇ ਵਿੱਚ ਸਾਡਾ ਕਹਾਣ, ਮੈਂ ਫਿਰ ਤੁਹਾਡੇ ਮੀਡੀਆ ਰਾਹੀਂ ਭੈਣ ਜੀ ਨੂੰ ਔਰ ਪੰਜਾਬ ਦੇ ਵਰਕਰਾਂ ਨੂੰ, ਜਿਹੜੀ 17 ਦੇ ਇਲੈਕਸ਼ਨ ਵਿੱਚ ਫਲੋਰ ਦੇ ਵਿੱਚ
ਸੁਖਵੀਰ ਗੜੀ ਨੇ ਇਹ ਗੱਲ ਕਹੀ ਆ, ਸੁਖਵੀਰ ਬਾਦਲ ਨੇ ਇਹ ਗੱਲ ਕਹੀ ਆ ਕਿ ਮੈਂ ਦੁਆਬੇ ਦੇ ਵਿੱਚੋਂ ਬਸਪਾ ਦਾ ਬੀਜ ਨਾਸ਼ ਕਰਾਂਗਾ। ਮੈਨੂੰ ਤਾਂ ਇੰਜ ਲੱਗਦਾ ਜਿੱਦਾਂ ਇੱਕ ਤੀਰ ਨਾਲ ਦੋ ਨਿਸ਼ਾਨੇ ਮਾਰ ਕੇ ਉਹ ਆਪਣਾ ਫਾਇਦਾ ਕਰ ਗਿਆ ਔਰ ਦੁਆਬੇ ਵਿੱਚੋਂ ਬਸਪਾ ਦਾ ਬੀਜ ਨਾਸ਼ ਕਰ ਦਿੱਤਾ। ਇਸ ਕਰਕੇ ਅਸੀਂ ਆਪਣੇ ਲੀਡਰਾਂ ਦੇ ਅਪੀਲ ਇਹ ਕਰਦੇ ਹਾਂ ਕਿ ਇਸ ਸਮਝੌਤੇ ਦੇ ਵਿੱਚ ਸੀਟਾਂ ਦੀ ਵੰਡ ਨੂੰ ਦੁਬਾਰਾ ਰਿਵਿਊ ਕੀਤਾ ਜਾਵੇ। ਮੇਰੀ ਜਾਣਕਾਰੀ ਚ ਆਈ ਆ ਗੱਲ, ਸੱਚ ਹੈ ਜਾਂ ਝੂਠ, ਕਿ 25 ਤਰੀਕ ਨੂੰ ਦੁਬਾਰਾ ਇਹ ਸੀਟਾਂ ਤੇ ਵਿਚਾਰ ਹੋਣ ਜਾ ਰਿਹਾ ਔਰ ਆਸ ਕਰਦੇ ਆ ਕਿ ਸਾਡੇ ਜਿਹੜੇ ਮੇਨ ਲੀਡਰ ਆ ਉਹ ਜਿਹੜਾ ਦੁਆਬਾ ਆ ਉਹਨੂੰ ਕਿਸੇ ਕੀਮਤ ਤੇ ਵੀ ਉਹ ਛੱਡਣਗੇ ਨਹੀਂ। ਇਹ ਆਸ ਭਰੋਸਾ ਲੈਂਦਾ ਹੋਇਆ ਭੈਣ ਜੀ ਤੋਂ ਵੀ ਤੇ ਪੰਜਾਬ ਦੀ ਲੀਡਰਸ਼ਿਪ ਤੋਂ ਇਹ ਆਸ ਕਰਦਾ ਕਿ ਪੰਜਾਬ ਦੇ ਵਰਕਰਾਂ ਨੂੰ, ਦੁਆਬੇ ਦੇ ਲੀਡਰਾਂ ਨੂੰ ਮੁੜ ਕੇ ਨਿਰਾਸ਼ ਨਾ ਕੀਤਾ ਜਾਵੇ। ਕਿਤੇ ਪੰਜਾਬ ਦੁਆਬੇ ਦੇ ਵਿੱਚੋਂ ਬਸਪਾ ਦਾ ਬੀਜ ਨਾਸ ਨਾ ਹੋ ਜਾਏ ਕਿ ਵਰਕਰ ਜਿਹੜਾ ਨਿਰਾਸ਼ ਹੋ ਕੇ ਜਦੋਂ ਸੀਟਾਂ ਹੀ ਉਹਨਾਂ ਨੂੰ ਜਿੱਤ ਜਾਣੀਆਂ, ਉਹਨਾਂ ਦੇ ਐਮਐਲਏ ਜਿੱਤ ਜਾਣੇ ਆ, ਤਾਂ ਫਿਰ ਇਹ ਵਰਕਰ ਕੋਈ ਕਿਸੇ ਦੀ ਪੌੜੀ ਚੜ ਜਾਏਗਾ, ਕੋਈ ਕਿਸੇ ਦੀ ਪੌੜੀ ਚੜ ਜਾਏਗਾ, ਬਸਪਾ ਦਾ ਨਾਸ ਹੋ ਜਾਏਗਾ। ਜੈ ਹਿੰਦ, ਜੈ ਭੀਮ, ਜੈ ਭਾਰਤ। ਧੰਨਵਾਦ ਸਮਾਂ ਦੇਣ ਲਈ। ਤਾਂ ਇਹ ਸੀ ਲੀਡਰਸ਼ਿਪ ਜਿਹੜੀ ਇੱਥੋਂ ਦੁਆਬੇ ਤੋਂ ਹੈ ਬਸਪਾ ਦੀ। ਤਾਂ ਹੋਰ ਵੀ ਬਹੁਤ ਸਾਰੇ ਇਹੋ ਜਿਹੇ ਜਿਹੜੇ ਗਰਾਊਂਡ ਲੈਵਲ ਦੇ ਵਰਕਰ ਨੇ, ਗਰਾਊਂਡ ਤੋਂ ਜੁੜੇ ਹੋਏ, ਜਿਹੜੇ ਪਹਿਲੇ ਦਿਨ ਤੋਂ ਵਿਰੋਧ ਕਰ ਰਹੇ ਨੇ ਜਦੋਂ ਤੋਂ ਇਹ ਇਹਨਾਂ ਸੀਟਾਂ ਤੇ ਸਮਝੌਤਾ ਹੋਇਆ। ਤਾਂ ਜਿਹੜੀ ਇਹਨਾਂ ਨੇ ਮੰਗ ਰੱਖੀ ਆ ਕਿ ਦੁਆਬੇ ਦੇ ਵਿੱਚ ਸਾਨੂੰ ਸਾਰਾ ਦੁਆਬਾ ਦਿੱਤਾ ਜਾਵੇ। ਲਗਾਤਾਰ ਇਹ ਵਰਕਰਾਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ, ਪਰ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣਾ ਹੋਵੇਗਾ ਜਸਵੀਰ ਸਿੰਘ ਗੜੀ ਤੇ ਸੁਖਬੀਰ ਸਿੰਘ ਬਾਦਲ ਕੀ ਸਮਝੌਤੇ ਹੁੰਦੇ ਨੇ ਇਹਨਾਂ ਦੇ ਵਿੱਚ, ਕਿਸ ਤਰ੍ਹਾਂ ਦੀਆਂ ਸੀਟਾਂ ਜਿਹੜੀਆਂ ਬਸਪਾ ਨੂੰ ਉਹ ਦਿੱਤੀਆਂ ਜਾਂਦੀਆਂ, ਕੀ ਦੁਆਬਾ ਜਿਹੜਾ ਦਿੱਤਾ ਜਾਏਗਾ। ਫਿਲਹਾਲ ਦੇ ਲਈ ਵਿਦਾ ਚਾਹਾਂਗਾ। R19 ਦੇ ਲਈ ਮਨਪ੍ਰੀਤ ਸਿੰਘ ਕੈਮਰੇ ਤੇ ਮੇਰਾ ਸਾਥ ਦੇ ਰਹੇ ਸੀ ਸੁਸ਼ੀਲ। ਧੰਨਵਾਦ ਜੀ।